ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਪਿਲ ਸਿੱਬਲ ਦੇ ਨਵੇਂ ਪਲੇਟਫਾਰਮ ਇਨਸਾਫ ਨੂੰ ਦਿੱਤਾ ਸਮਰਥਨ। ਟਵੀਟ ਰਾਹੀਂ ਕੀਤਾ ਸਿੱਬਲ ਦਾ ਸਮਰਥਨ। ਏਜੰਸੀਆਂ ਦੀ ਦੁਰਵਰਤੋਂ ਉੱਤੇ ਵਿਰੋਧੀ ਧਿਰ ਦੇ 9 ਨੇਤਾਵਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ। ਕਿਹਾ ਅਸੀਂ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਚਲੇ ਗਏ ਹਾਂ। ਗੋਇੰਦਵਾਲ ਸਾਹਿਬ ਜੇਲ੍ਹ ਗੈਂਗਵਾਰ ਉੱਤੇ ਵਾਇਰਲ ਵੀਡੀਓ ਮਾਮਲੇ ਵਿੱਚ ਪੰਜਾਬ ਸਰਕਾਰ ਦੀ ਵੱਡੀ ਕਾਰਵਾਈ। ਘਟਨਾ ਦੇ ਸਬੰਧ ਵਿੱਚ 7 ਪੁਲਿਸ ਅਧਿਕਾਰੀ ਕੀਤੇ ਮੁਅੱਤਲ। ਤੇ ਹੁਣ ਖਬਰਾਂ ਵਿਸਤਾਰ ਨਾਲ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਾਰਿਆਂ ਨੂੰ ਅਨਿਆਂ ਖਿਲਾਫ ਲੜਨ ਲਈ ਵਕੀਲ ਅਤੇ ਸੰਸਦ ਮੈਂਬਰ ਕਪਿਲ ਸਿੱਬਲ ਦੇ ਹਾਲ ਹੀ ਵਿੱਚ ਸ਼ੁਰੂ ਕੀਤੇ ਗਏ ਮੰਚ ਇਨਸਾਫ ਨਾਲ ਜੁੜਨ ਦੀ ਅਪੀਲ ਕੀਤੀ ਹੈ। ਰਾਜ ਸਭਾ ਦੇ ਇੱਕ ਆਜ਼ਾਦ ਮੈਂਬਰ ਸਿੱਬਲ ਨੇ ਸ਼ਨੀਵਾਰ ਨੂੰ ਐਲਾਨ ਕੀਤਾ ਸੀ ਕਿ ਦੇਸ਼ ਵਿੱਚ ਪ੍ਰਚਲਿਤ ਅਨਿਆਂ ਨਾਲ ਲੜਨ ਲਈ ਇਨਸਾਫ ਨਾਮੀ ਇੱਕ ਨਵਾਂ ਮੰਚ ਸਥਾਪਿਤ ਕਰ ਰਹੇ ਨੇ ਅਤੇ ਉਹਨਾਂ ਨੇ ਮੁੱਖ ਮੰਤਰੀਆਂ ਅਤੇ ਵਿਰੋਧੀ ਦਲਾਂ ਦੇ ਹੋਰ ਨੇਤਾਵਾਂ ਤੋਂ ਸਮਰਥਨ ਮੰਗਿਆ ਸੀ। ਕੇਜਰੀਵਾਲ ਨੇ ਹਿੰਦੀ ਵਿੱਚ ਇੱਕ ਟਵੀਟ ਕਰਕੇ ਕਿਹਾ ਕਿ ਕਪਿਲ ਸਿੱਬਲ ਸਾਹਿਬ ਦੀ ਇੱਕ ਬਹੁਤ ਹੀ ਮਹੱਤਵਪੂਰਨ ਪਹਿਲ ਹੈ। ਉਹ ਸਾਰਿਆਂ ਨੂੰ ਇਸ ਵਿੱਚ ਸ਼ਾਮਲ ਹੋਣ ਦੀ ਅਪੀਲ ਕਰਦੇ ਨੇ ਤੇ ਅਸੀਂ ਇਕੱਠੇ ਅਨਿਆਂ ਨਾਲ ਲੜਾਂਗੇ। ਆਬਕਾਰੀ ਨੀਤੀ ਮਾਮਲੇ ਵਿੱਚ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਵਿਰੋਧੀ ਧਿਰ ਦੇ 9 ਨੇਤਾਵਾਂ ਨੇ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ। ਇਸ ਚਿੱਠੀ ਵਿੱਚ ਲਿਖਿਆ ਕਿ ਅਸੀਂ ਲੋਕਤੰਤਰ ਤੋਂ ਤਾਨਾਸ਼ਾਹੀ ਵੱਲ ਚਲੇ ਗਏ ਹਾਂ। ਭਾਜਪਾ ਦੇ ਅਧੀਨ ਭਾਰਤ ਦੀਆਂ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਖਤਰਾ ਹੈ। ਇਸ ਚਿੱਠੀ ਉੱਤੇ 9 ਆਗੂਆਂ ਦੇ ਦਸਤਖਤ ਨੇ ਪਰ ਸੂਚੀ ਵਿੱਚੋਂ ਕਾਂਗਰਸ ਗਾਇਬ ਹੈ। ਚਿੱਠੀ ਉੱਤੇ ਸਮਾਜਵਾਦੀ ਪਾਰਟੀ ਨੇਤਾ ਅਖਿਲੇਸ਼ ਯਾਦਵ, ਭਾਰਤ ਰਾਸ਼ਟਰ ਕਮੇਟੀ BRS ਦੇ ਮੁਖੀ ਕੇ ਚੰਦਰਸ਼ੇਖਰ ਰਾਓ, ਰਾਸ਼ਟਰਵਾਦੀ ਕਾਂਗਰਸ ਪਾਰਟੀ ਨੇਤਾ ਸ਼ਰਦ ਪਵਾਰ, ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ, ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਬਿਹਾਰ ਦੇ ਉਪ ਮੁੱਖ ਮੰਤਰੀ ਤੇਜਸਵੀ ਯਾਦਵ, ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੇ ਸ਼ਿਵ ਸੈਨਾ ਦੇ ਉਧਵ ਠਾਕਰੇ ਦੇ ਦਸਤਖਤ ਹਨ। ਕੇਂਦਰੀ ਸਿਹਤ ਮੰਤਰੀ ਡਾਕਟਰ ਮਨਸੁਖ ਮਾਂਡਵੀਆ ਪਟਿਆਲਾ ਪਹੁੰਚੇ। ਇਸ ਮੌਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿੱਚ ਉਹਨਾਂ ਕੇਂਦਰ ਸਰਕਾਰ ਵੱਲੋਂ ਸਿਹਤ ਦੇ ਖੇਤਰ ਵਿੱਚ ਕੀਤੇ ਉਪਰਾਲਿਆਂ ਦੀ ਜਾਣਕਾਰੀ ਦੱਸਣ ਲਈ ਇੱਕ ਪ੍ਰੈਸ ਕਾਨਫਰੰਸ ਕੀਤੀ। मैंने देश में आज PG मेडिकल कॉलेज के लिए एडमिशन के लिए नीट की एग्ज़ाम आयोजित की गई है। मैंने एग्ज़ाम सेंटर की मुलाकात की, स्टूडेंट के पेरेंट्स को मिला और स्टूडेंट को भी नीट एग्ज़ाम पास करने के लिए शुभकामनाएं दी। देश में मेडिकल एजुकेशन बढ़े, देश के स्टूडेंट को मेडिकल एजुकेशन लेने के लिए दुनिया में बाहर न जाना पड़े, इसलिए भारत सरकार ने 2014 के बाद मोदी जी ने जो पहले 54,000 MBBS की सीट होती थी आज बढ़ के 1,02,000 से अधिक हो गई है। वैसे ही PG की सीट 34,000 थी, आज बढ़ के 70,000 नज़दीक पहुंची है। मेडिकल कॉलेज भी 350 से बढ़ के 664 हो गई है, यानी कि मेडिकल सीटें बढ़ रही हैं, PG की सीट बढ़ रही है। देश के स्टूडेंट को इंडिया में ही मेडिकल एजुकेशन लेने के लिए अवसर मिले, इस दिशा में कार्य हो रहा है। नहीं केवल मेडिकल सीटें बढ़ाई गई, लेकिन उसके साथ देश में 1,50,000 से अधिक हेल्थ एंड वेलनेस सेंटर ओपन किया गया, जहां लोगों को वेलनेस के लिए भी सुविधा होती है। सभी हेल्थ एंड वेलनेस सेंटर डिस्ट्रिक्ट हॉस्पिटल के साथ मेडिकल कॉलेज के साथ हब एंड स्पोक सिस्टम के द्वारा ई संजीवनी प्लेटफॉर्म का उपयोग करके टेली कंसल्टेशन का भी प्रारंभ किया गया। आज मुझे बताते हुए खुशी हो रही है कि दैनिक प्रतिदिन 3 लाख से अधिक लोगों को टेली कंसल्टेशन से एडवाइस मिल रही है।
ਗੋਇੰਦਵਾਲ ਸਾਹਿਬ ਜੇਲ੍ਹ ਵਾਇਰਲ ਵੀਡੀਓ ਦੇ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਵੱਡੀ ਕਾਰਵਾਈ ਕੀਤੀ ਹੈ। ਆਈਜੀ ਹੈੱਡਕੁਆਰਟਰ ਪੰਜਾਬ ਪੁਲਿਸ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਇਸ ਘਟਨਾ ਦੇ ਸੰਬੰਧ ਵਿੱਚ 7 ਪੁਲਿਸ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਵਿੱਚ ਸੁਪਰਡੈਂਟ, ਡਿਪਟੀ ਸੁਪਰਡੈਂਟ ਸਮੇਤ ਵਧੀਕ ਸੁਪਰਡੈਂਟ ਅਤੇ ਹੋਰ ਅਧਿਕਾਰੀ ਸ਼ਾਮਲ ਨੇ। ਇਸ ਵਿੱਚ 5 ਜੇਲ੍ਹ ਅਧਿਕਾਰੀਆਂ ਨੂੰ ਗ੍ਰਿਫਤਾਰ ਕੀਤਾ ਗਿਆ। ਇਹਨਾਂ ਵਿੱਚ ਗੈਂਗਸਟਰਾਂ ਤੋਂ ਇਲਾਵਾ ਜੇਲ੍ਹ ਅਧਿਕਾਰੀਆਂ ਉੱਤੇ FIR ਦਰਜ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਗੋਇੰਦਵਾਲ ਸਾਹਿਬ ਜੇਲ੍ਹ ਵਿੱਚ ਸਿੱਧੂ ਮੂਸੇਵਾਲਾ ਕਤਲकांड ਦੇ ਮੁਲਜ਼ਮ ਲਾਰੈਂਸ ਬਿਸ਼ਨੋਈ ਅਤੇ ਜੱਗੂ ਭਗਵਾਨਪੁਰੀਆ ਦੇ ਗੈਂਗਸ ਵਿਚਾਲੇ ਗੈਂਗਵਾਰ ਹੋਈ ਸੀ, ਜਿਸ ਵਿੱਚ ਜੱਗੂ ਭਗਵਾਨਪੁਰੀਆ ਗੈਂਗ ਦੇ 2 ਗੁਰਗੇ ਮਾਰੇ ਗਏ ਸਨ, ਜਦਕਿ 1 ਜ਼ਖਮੀ ਹੋਇਆ ਸੀ। ਇਸ ਤੋਂ ਬਾਅਦ ਘਟਨਾ ਦੀ ਜ਼ਿੰਮੇਵਾਰੀ ਲੈਂਦੇ ਇੱਕ ਵੀਡੀਓ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਜੇਲ੍ਹ ਵਿੱਚੋਂ ਹੀ ਬਣਾ ਕੇ ਵਾਇਰਲ ਕੀਤੀ ਗਈ। ਇਸ ਘਟਨਾ ਦੀ ਜਦੋਂ ਜਾਂਚ ਕੀਤੀ ਗਈ ਤਾਂ ਇਸ ਵਿੱਚ ਪੁਲਿਸ ਅਧਿਕਾਰੀਆਂ ਦੀ ਲਾਪਰਵਾਹੀ ਸਾਹਮਣੇ ਆਈ ਹੈ, ਜਿਸ ਤੋਂ ਬਾਅਦ ਇਹ ਵੱਡੀ ਕਾਰਵਾਈ ਕੀਤੀ ਗਈ। एक वीडियो जी वायरल हुई सी जी कि उस दिन की बनी हुई सी जी अज अलग अलग जोड़े सोर्सिस के उत्ते वायरल हुई हुई है। सो इस संबंध में पंजाब गवर्नमेंट दी बड़ियां सख्त हदायतां है मानयोग CM साहब दी कि किसी भी तरह की कोई कनाइवेंस कोई निगलीजेंस ऑफिशियल्स की टॉलरेट नहीं की जाएगी। तो ये जो केस सीगा इहदे विच अज फ्रैश FIR जी दर्ज की गई है, जिहदे 66 IT एक्ट 506 IPC 149 IPC ये सैक्शनस जिहड़े लगाए गए हैं ते 7 जिहड़े जेल के ऑफिशियल्स आ 7 जेल ऑफिशियल्स नूं इहदे विच मुअत्तल कीता गया वा, जिहदे विच जिन्हां दे मैं नाम दसना चाहूँगा। जिहदे विच एक इकबाल सिंह बराड़ जिहड़े सुपरडेंट केंद्री जेल आ इन्हां नूं मुअत्तल कीता गया। विजय कुमार एडिशनल सुपरडेंट केंद्री जेल श्री गोइंदवाल साहब, जसपाल सिंह खैरा एडिशनल सुपरडेंट केंद्री जेल श्री गोइंदवाल साहब, 3 ਜਿਹੜੇ ਨੇ ਉਹ ASI ਤੇ ਹੈਡ ਕਾਂਸਟੇਬਲ ਨੇ, ਇੱਕ ASI ਹਰਚੰਦ ਸਿੰਘ, ASI ਜੋਗਿੰਦਰ ਸਿੰਘ, ਹੈਡ ਕਾਂਸਟੇਬਲ ਸਵਿੰਦਰ ਸਿੰਘ। ਇਹਨਾਂ ਦੇ ਨਾਲ ਹੀ ਹਰੀਸ਼ ਕੁਮਾਰ ਜਿਹੜੇ ਕਿ ਸਹਾਇਕ ਸੁਪਰਡੈਂਟ ਤੇ ਉਸ ਅਹਾਤੇ ਦੇ ਇੰਚਾਰਜ ਸੀ, ਉਹਨਾਂ ਨੂੰ ਵੀ ਮੁਅੱਤਲ ਕੀਤਾ ਗਿਆ। ਮੁਅੱਤਲੀ ਦੇ ਨਾਲ ਨਾਲ ਬਹੁਤ ਸਖਤ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਗਈ ਹੈ कि जी FIR दर्ज की गई है जी गैंगस्टर्स के खिलाफ, जिस वीडियो वायरल हुई है वो नॉमिनेट किया गया जेल के ऑफिशियल्स नूं। 5 जो जेल ऑफिशियल्स आ हुण तक गिरफ्तार हो चुके हैं, जिहदे इकबाल सिंह बराड़ सुपरडेंट श्री गोइंदवाल साहब जेल, विजय कुमार एडिशनल सुपरडेंट श्री गोइंदवाल साहब जेल, हरीश कुमार असिस्टेंट सुपरडेंट श्री गोइंदवाल साहब जेल ते ASI जोगिंदर सिंह ते ASI हरचंद सिंह, इन्हां नूं गिरफ्तार किया गया। हरीश कुमार जिहड़े असिस्टेंट सुपरडेंट गोइंदवाल साहब जेल आ ये उस वार्ड के उस एरिए के इंचार्ज सी ते जिहड़े 2 ASIs नूं अरेस्ट किया गया है, ये 2 ASI जिहड़े मौके ते आपां वीडियो देखते हैं जिन्हां ने प्रॉपर एक्शन नहीं लिया, ये वो 2 ASI आ। ये जेल ऑफिशियल्स ते गैंगस्टर्स इन्हां नूं जेल ऑफिशियल्स नूं मेनली नेगलीजेंस ते क्राइम्स वास्ते मुअत्तल किया गया वा, अरेस्ट किया गया वा। और एक तरह का संकेत है कि किसी भी जेल दे विच पंजाब की किसी जेल दे विच इस तरह की कोई भी निगलीजेंस जिहड़ी है बिल्कुल टॉलरेट नहीं की जाऊगी। कौमी घट गिणती कमीशन के चेयरमैन इकबाल सिंह लालपुरा ने दिल्ली में अहम तरीन प्रैस कॉन्फ्रेंस की, जिस विच उन्होंने कहा कि लीबिया में फसे भारतीयों नूं विदेश मंत्रालय और ट्यूनीशिया में भारतीय दूतावास की मदद नाल कौमी घट गिणती कमीशन द्वारा सुरक्षित भारत लिया गया। इकबाल सिंह लालपुरा ने इस संबंधी जानकारी दी। उन्होंने कहा कि घटना फरवरी में सामने आई सी कि कुछ लोगों को भारत तो दुबई और फिर गैर कानूनी तरीकों राही लीबिया लिजाया गया सी। जिवें ही कमीशन नूं उन्हां दी स्थिति बारे पता लग्या तो उन्होंने विदेश मंत्री S जयशंकर नाल गल कीती अते इन्हां दी वापसी यकीनी बनाई। उन्हें कहा कि सब तो पहला 4 लोगों को भारत लिया गया सी अते वो 13 फरवरी नूं अपने घर पहुँच गए सन, जदों कि 8 अजे भी फसे हुए सन जो 2 मार्च नूं भारत परते ने। कुछ 12 साडे नौजवान भारती जिन्हां चों मोस्टली पंजाब आनंदपुर साहब के रहने वाले है या आनंदपुर साहब के नेड़े तेड़े के रहने वाले सी, उन्होंने गलत ढंग नाल दुबई लैके आया गया सीगा और उत्थे तो उन्होंने लीबिया भेज दिता गया। लीबिया दे विच उन्होंने एक किस्म का जिथे वो जाना नहीं सी चाहते अगेंस्ट देयर विल, उत्थे सरकार भी नहीं, बहुत सारा कष्ट इन्हों होया। फिर इन्होंने सानू अप्रोच किया 3 फरवरी नूं। उस तो बाद असी एक्सटर्नल अफेयर मिनिस्ट्री नाल गल कीती भारत सरकार नाल। उन्होंने ट्यूनीशिया क्योंकि लीबिया साडा मिशन नहीं हैगा, अंबैसी नहीं हैगी, तो ट्यूनीशिया दे विच असी जिहड़े साडे उत्थों दे इंचार्ज हैगे परमजीत सिंह जी, उन्होंने मेहनत करके इन्हों राशन भी पहुँचाया, पैसे भी दिते, दवाई भी दी, इन्हों हौसला भी दिता। लोकल रेजिडेंट
ਇੱਕ ਪ੍ਰਿੰਸੀਪਲ ਸਾਹਿਬਾਨ ਸੀਗੀ ਤਬਸਮ ਉਹਨਾਂ ਦਾ ਨਾਂ ਸੀ, ਤੇ ਉਹਦੇ ਰਾਹੀਂ ਇਹ ਜਿਹੜਾ ਹੈ ਹੋਇਆ। ਪਹਿਲਾਂ 13 ਤਰੀਕ ਨੂੰ ਇਹਨਾਂ 'ਚੋਂ 4 ਆ ਗਏ ਸੀ, 13 ਫਰਵਰੀ ਨੂੰ, ਤੇ ਬਾਕੀ 2 ਤਰੀਕ ਨੂੰ ਇਹ ਬਾਕੀ ਲੋਕ ਜਿਹੜੇ ਆ ਇਹ ਆ ਗਏ ਆ। ਤੇ ਇਸ ਕਰਕੇ ਸੀ ਇਹਨਾਂ ਨਾਲ ਠੱਗੀ ਹੋਈ ਹੈ, ਔਰ ਹੋਰ ਲੋਕੀ ਇਸ ਤਰ੍ਹਾਂ ਨਾ ਧੋਖੇ 'ਚ ਆਉਣ, ਇਸ ਵਾਸਤੇ ਆਪ ਦੇ ਸਾਹਮਣੇ ਅਸੀਂ ਇਹ ਗੱਲ ਲੈ ਕੇ ਆਏ। ਸਰ ਜਿਹੜੀ ਜਿਨ੍ਹਾਂ ਨੇ ਕੰਪਨੀ ਦੇ ਥਰੂ ਭੇਜਿਆ ਗਿਆ ਉਹਨਾਂ ਤੇ ਵੀ ਕੋਈ ਕਾਰਵਾਈ ਕੀਤੀ ਜਾਏ? ਮੈਂ ਪੰਜਾਬ ਸਰਕਾਰ ਨੂੰ ਜ਼ਰੂਰ ਲਿਖਾਂਗਾ ਜੀ, ਲਿਖਿਆ ਵੀ ਹੈ, ਅਸੀਂ ਉਹਨਾਂ ਦੇ ਧਿਆਨ 'ਚ ਵੀ ਲਿਆਂਦਾ ਕਿ ਇਹ ਹੋ ਰਿਹਾ ਤੇ ਤੁਸੀਂ ਇਹਦੇ ਬਾਰੇ ਉਹਨਾਂ ਵਿਰੁੱਧ ਕਾਰਵਾਈ ਕਰੋ। ਕਿੰਨੇ ਲੋਕ ਸਰ ਟੋਟਲ ਆ ਚੁੱਕੇ ਨੇ? 12 ਲੋਕ ਆ ਚੁੱਕੇ ਜੀ, ਇਹ 12 ਦਾ ਹੀ ਗਰੁੱਪ ਸੀਗਾ। ਭਾਜੀ ਅਸੀਂ ਤਾਂ ਸਾਨੂੰ ਏਜੰਟ ਨੇ ਬੋਲਿਆ ਤਾਂ ਦੁਬਈ ਜਾਣਾ ਜੀ, ਅਸੀਂ ਦੁਬਈ ਚਲੇ ਗਏ ਪਹਿਲਾਂ ਹੀ, ਠੀਕ ਹੈ ਜੀ। ਫਿਰ ਉੱਥੇ ਜਾ ਕੇ 1 ਦਿਨ ਰਹੇ ਜੀ ਆਪਾਂ, ਤੇ ਉਹ ਕਹਿੰਦਾ ਸਾਡਾ ਇੱਥੇ ਕੰਮ ਥੋੜ੍ਹਾ ਲੇਟ ਹੈ, ਤੇ ਅਸੀਂ ਕਿਹਾ ਚਲੋ। ਉਹ ਕਹਿੰਦਾ ਜੇ ਤੁਸੀਂ ਆਪਣੇ ਖਰਚੇ ਦੇ ਘਰ ਆ ਜਾਣਾ ਚਾਹੁੰਦੇ ਤਾਂ ਜਾ ਸਕਦੇ ਆ। ਪਹਿਲੇ ਅਸੀਂ ਇੰਨੇ ਪੈਸੇ ਚੱਕ ਗਏ ਵੇ ਤੇ ਭਾਜੀ, ਤੇ ਬਸ ਉਹ ਕਹਿੰਦਾ ਅੱਗੇ ਸਾਡਾ ਕੰਮ ਵੀ ਹੈਗਾ, ਇਹੀ ਕੰਪਨੀ ਦਾ ਕੰਮ ਲੀਬੀਆ ਵੀ ਹੈਗਾ, ਤੇ ਅਸੀਂ ਸੋਚਿਆ ਇੰਨੇ ਪੈਸੇ ਚੱਕੇ ਵੇ ਅਸੀਂ, ਤੇ ਹੁਣ ਅਸੀਂ ਘਰਾਂ ਨੂੰ ਕਾਹਨੂੰ ਜਾਣਾ, ਵਾਪਸ ਗਾਂਹ ਚੱਲ ਜਾਂਦੇ ਆ। ਸਾਨੂੰ ਕੰਟਰੀ ਬਾਰੇ ਨਹੀਂ ਪਤਾ ਤਾ ਭਾਜੀ, ਤੇ ਅਸੀਂ ਚਲੇ ਗਏ। ਉਹ ਕਹਿੰਦਾ $800 ਸੈਲਰੀ ਤੁਹਾਨੂੰ ਦਊਗੇ। ਅਸੀਂ ਚਲੇ ਗਏ ਉੱਥੇ, ਗਾਂਹ ਨੂੰ ਚਲੇ ਗਏ। ਤਾਂ ਉੱਥੇ ਹਾਲਾਤ ਦੇਖੇ ਅਸੀਂ, ਉਤਰਦੇ ਸਾਰੇ ਹੀ ਅਸੀਂ ਦੇਖਿਆ ਕਿ ਬਹੁਤ ਏਅਰਪੋਰਟ ਦਾ ਇੰਨਾ ਹਾਲ ਖਰਾਬ ਤਾ ਨਾ ਜੀ। ਉਤਰੇ ਦੇ ਸਾਰ ਫੌਜੀ ਇੱਦਾਂ ਹੀ ਪਾਸਪੋਰਟ ਸਾਡੇ ਖੋਲ੍ਹੇ ਨਹੀਂ ਕੰਪਨੀ ਵਾਲਿਆਂ ਨੇ, ਬਸ ਇਹੀ। ਉੱਥੇ ਕਿਵੇਂ ਦਾ ਮਾਹੌਲ ਸੀ ਜਿੱਥੇ ਭਾਜੀ ਤੁਹਾਨੂੰ ਰੱਖਿਆ? ਮਾਹੌਲ ਤਾਂ ਸਾਡਾ ਉੱਥੇ ਦਾ ਖਤਰਨਾਕ ਹੀ ਸੀਗਾ ਜੀ। ਰੋਟੀ ਪਾਣੀ ਕੁਝ ਨਹੀਂ ਸੀਗਾ ਜੀ। ਫਿਰ ਇੱਧਰ ਹੁਣ ਕਿਵੇਂ ਕੰਟੈਕਟ ਕੀਤਾ ਵਾਪਸ ਆਏ? ਸਾਡੇ ਭਾਜੀ ਅਸੀਂ ਪਿੰਡ ਭਾਜੀ ਅਨਮੋਲ ਭਾਜੀ ਉਹਨਾਂ ਨਾਲ ਗੱਲ ਕੀਤੀ ਸੀਗੀ, ਤੇ ਇੰਨੀ ਗਾਹਾਂ ਦੇ ਗਾਹਾਂ ਗੱਲਬਾਤ ਚੱਲ ਰਹੀ ਸੀ। ਉਹ ਇੰਨੀ ਭਰੋਸਾ ਦਿੱਤਾ ਕਿ ਤੁਸੀਂ ਹੁਣ ਕੋਈ ਨਹੀਂ, ਕਮੇਟੀ ਵਾਲੀ ਮੈਡਮ ਆਏ, ਫਿਰ ਸਾਨੂੰ ਥੋੜ੍ਹਾ ਯਕੀਨ ਜਿਹਾ ਹੋਇਆ ਕਿ ਫਿਰ ਆਏ, ਸਾਨੂੰ ਰਾਸ਼ਨ ਪਾਣੀ ਦੇ ਕੇ ਗਏ ਹਨ। ਹਾਂਜੀ। ਤੇ ਏਜੰਟ ਕਿਹਦੇ ਥਰੂ ਗਏ ਸੀ? ਏਜੰਟ ਇੱਥੇ ਦਿੱਲੀ ਦਾ ਜੀ, ਰਾਜਵਿੰਦਰ ਸਿੰਘ ਹੈ ਜੀ, ਉਹਦੇ ਥਰੂ ਗਏ ਸੀ। ਹੁਣ ਕੋਈ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਤਾਂ ਪਰ ਹੋਈ ਵੀ ਹੈ ਉੱਥੇ, ਤੇ ਆਨੰਦਪੁਰ ਥਾਣੇ ਲਿਖੀ ਹੋਈ ਰਿਪੋਰਟ ਹੋਈ ਹੈ ਜੀ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਮੁੱਚੀ ਲੋਕਾਈ ਨੂੰ ਹੋਲੇ ਮਹੱਲੇ ਦੀ ਵਧਾਈ ਦਿੱਤੀ ਹੈ। ਉਹਨਾਂ ਨੇ ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਚੱਲ ਰਹੇ ਕਰੋੜਾਂ ਰੁਪਏ ਦੇ ਵਿਕਾਸ ਪ੍ਰੋਜੈਕਟਾਂ ਨੂੰ ਜਲਦ ਹੀ ਲੋਕ ਅਰਪਣ ਕਰਨ ਦਾ ਭਰੋਸਾ ਦਿੱਤਾ ਹੈ। ਸ਼੍ਰੀ ਅਨੰਦਪੁਰ ਸਾਹਿਬ ਵਿੱਚ ਪਾਵਰਕਾਮ ਗੈਸਟ ਹਾਊਸ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਹੋਲਾ ਮਹੱਲਾ ਦੌਰਾਨ ਦੇਸ਼ ਵਿਦੇਸ਼ ਦੀਆਂ ਲੱਖਾਂ ਸੰਗਤਾਂ ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਅਤੇ ਕੀਰਤਪੁਰ ਸਾਹਿਬ ਵਿੱਚ ਪਹੁੰਚਦੀਆਂ ਨੇ। ਹਰਜੋਤ ਬੈਂਸ ਨੇ ਕਿਹਾ ਕਿ ਇਸ ਵਾਰ ਹੋਲਾ ਮਹੱਲਾ ਦੌਰਾਨ ਮੇਲਾ ਖੇਤਰ ਵਿੱਚ 11 ਪਾਰਕਿੰਗ ਸਥਾਨ ਬਣਾਏ ਗਏ ਨੇ। ਸ਼ਟਲ ਬੱਸ ਸਰਵਿਸ ਸ਼ਰਧਾਲੂਆਂ ਲਈ ਸਮੁੱਚੇ ਮੇਲਾ ਖੇਤਰ ਵਿੱਚ ਮੁਫਤ ਸੇਵਾ ਦੇ ਰਹੀ ਹੈ। ਸਮੁੱਚਾ ਸ਼੍ਰੀ ਅਨੰਦਪੁਰ ਸਾਹਿਬ ਅਤਿਆਧੁਨਿਕ ਲਾਈਟਾਂ ਨਾਲ ਰੋਸ਼ਨਾਇਆ ਜਾ ਰਿਹਾ ਹੈ। ਸੁਚਾਰੂ ਟ੍ਰੈਫਿਕ ਪ੍ਰਬੰਧ ਅਤੇ ਸ਼ਰਧਾਲੂਆਂ ਦੀ ਸੁਰੱਖਿਆ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਨੇ। ਉਹਨਾਂ ਨੇ ਦੱਸਿਆ ਕਿ ਇਸ ਵਾਰ ਪ੍ਰਸ਼ਾਸਨ ਨੇ QR ਕੋਡ ਜਾਰੀ ਕੀਤਾ ਹੈ, ਜਿਸ ਨਾਲ ਹਰ ਸ਼ਰਧਾਲੂ ਨੂੰ ਸਮੁੱਚੇ ਮੇਲੇ, ਧਾਰਮਿਕ ਸਥਾਨਾਂ ਅਤੇ ਸਮਾਗਮਾਂ ਬਾਰੇ ਸੁਚੱਜੀ ਜਾਣਕਾਰੀ ਮਿਲ ਰਹੀ ਹੈ। ਹੋਲੇ ਮਹੱਲੇ ਦਾ ਜਿਹੜਾ ਤਿਉਹਾਰ ਹੈ ਉਹ ਖਾਲਸੇ ਦੀ ਸ਼ਾਨੋ ਸ਼ੌਕਤ ਦਾ ਪ੍ਰਤੀਕ ਹੈ। ਸਦੀਆਂ ਤੋਂ ਹੋਲਾ ਮਹੱਲਾ ਬਹੁਤ ਧੂਮਧਾਮ ਨਾਲ ਸਾਡੀ ਇਸ ਧਰਤੀ 'ਤੇ ਮਨਾਇਆ ਜਾਂਦਾ ਹੈ। ਇਹ ਮੇਰੇ ਲਈ ਬਹੁਤ ਹੀ ਸੁਭਾਗ ਵਾਲੀ ਗੱਲ ਹੈ ਕਿ ਇਸ ਮਹਾਨ ਪਵਿੱਤਰ ਧਰਤੀ ਖਾਲਸੇ ਦੀ ਜਨਮ ਭੂਮੀ ਤੋਂ ਮੈਨੂੰ MLA ਬਣਨ ਦਾ ਮੌਕਾ ਮਿਲਿਆ। ਪਿਛਲੇ ਸਾਲ 1 ਸਾਲ ਹੋ ਗਿਆ ਜੀ, ਉਹ ਹੋਲਾ ਮਹੱਲੇ ਦਾ ਦਿਨ ਸੀ ਜਦੋਂ ਮੈਂ ਵਿਧਾਨ ਸਭਾ ਤੋਂ ਸਿੱਧਾ ਆ ਕੇ ਇੱਥੇ ਨਤਮਸਤਕ ਹੋਇਆ ਸੀ। ਇਹ ਮੇਰੀ ਜੀਵਨ ਦੇ ਲਈ ਬਹੁਤ ਵੱਡੀ, ਮੈਂ ਸਮਝਦਾ, ਗੁਰੂ ਸਾਹਿਬ ਦੀ ਕਿਰਪਾ ਹੈ। 1 ਸਾਲ ਦੇ ਵਿੱਚ ਆਪਣਾ ਡਿਊਟੀ, ਆਪਣਾ ਫਰਜ਼ ਇਮਾਨਦਾਰੀ ਨਾਲ, ਤਨਦੇਹੀ ਨਾਲ, ਬਤੌਰ MLA ਵੀ ਅਤੇ ਬਤੌਰ ਮੰਤਰੀ ਵੀ, ਜਿਹੜੇ ਮਹਿਕਮੇ ਹੁਣ ਤੱਕ ਮੈਂ ਸਾਂਭੇ ਆ, ਅਤੇ ਹੁਣ ਸਿੱਖਿਆ ਦੀ ਜ਼ਿੰਮੇਵਾਰੀ, ਤਾਂ ਰੋਜ਼ ਉਹਦੇ 'ਤੇ ਸੁਧਾਰ ਹੋ ਰਹੇ ਹਨ। ਪਰ ਸਭ ਤੋਂ ਪਹਿਲਾਂ ਉਹ ਕਹਿੰਦੇ ਆ ਕਿ ਜਿਹੜੀ ਸਫਾਈ ਉਹ ਆਪਣੇ ਘਰ ਤੋਂ ਸ਼ੁਰੂ ਹੁੰਦੀ ਹੈ। ਤਾਂ ਅਨੰਦਪੁਰ ਸਾਹਿਬ ਹਲਕੇ 'ਚ ਅਸੀਂ ਬਹੁਤ ਜਿਹੜੇ ਨਵੇਂ ਪ੍ਰੋਜੈਕਟ ਪਿਛਲੇ ਕਾਫੀ ਮਹੀਨਿਆਂ ਤੋਂ ਉਹਨਾਂ 'ਤੇ ਮਿਹਨਤ ਕਰ ਰਹੇ ਸੀ, ਅਤੇ ਅੱਜ ਮਨ ਨੂੰ ਸਕੂਨ ਹੁੰਦਾ ਹੈ ਕਿ ਜਦੋਂ ਸ਼੍ਰੀ ਅਨੰਦਪੁਰ ਸਾਹਿਬ ਦੀ ਤਾਰੀਫ ਪੰਜਾਬ ਦੇ ਵਿੱਚ, ਦੇਸ਼ ਦੇ ਵਿੱਚ ਅਤੇ ਦੁਨੀਆ 'ਚ ਵਸਦੇ ਪੰਜਾਬੀ ਅਤੇ ਦੁਨੀਆ ਭਰ ਕਰ ਰਹੀ ਹੈ। ਅਤੇ ਇਸ ਵਾਰ ਹੋਲੇ ਮਹੱਲੇ ਦੇ ਉੱਤੇ ਸਾਡੇ ਵੱਲੋਂ ਬਹੁਤ ਨਵੇਂ ਉਪਰਾਲੇ ਕੀਤੇ ਗਏ ਨੇ, ਬੜੀਆਂ ਨਵੀਆਂ ਤਿਆਰੀਆਂ ਕੀਤੀਆਂ ਗਈਆਂ ਨੇ। QR ਕੋਡ ਹੈ ਜਿਹੜਾ ਜਗ੍ਹਾ ਜਗ੍ਹਾ ਲੱਗਿਆ, ਤੁਸੀਂ ਉਹਨੂੰ ਸਕੈਨ ਕਰਕੇ ਕੋਈ ਵੀ ਜਿਹੜਾ ਵੀ ਸ਼ਰਧਾਲੂ ਆਉਂਦਾ ਪੂਰੇ
ਹੋਲੇ ਮਹੱਲੇ ਦਾ ਮੈਪ ਦੇਖ ਸਕਦਾ। ਸ਼ਟਲ ਬੱਸ ਸਰਵਿਸ ਸ਼ੁਰੂ ਕੀਤੀ ਹੈ ਜੋ ਹੁਣ ਦੁਪਹਿਰ ਤੋਂ ਚੱਲ ਜੂਗੀ, ਤਾਂ ਕਿ ਜਿੱਦਾਂ ਹੀ ਪਾਰਕਿੰਗਾਂ 'ਤੇ ਰੋਕ ਆ ਜਾਂਦੇ ਆ ਤਾਂ ਉਹਨਾਂ ਨੂੰ ਬੱਸ ਸਰਵਿਸ ਦੇ ਰਾਹੀਂ ਉਹ ਅਲੱਗ-ਅਲੱਗ ਵਿਰਾਸਤੇ ਖਾਲਸਾ ਜਾਣਾ ਚਾਹਣ, ਕੇਸਗੜ੍ਹ ਸਾਹਿਬ ਜਾਣਾ ਚਾਹਣ, ਚਰਨ ਗੰਗਾ ਸਟੇਡੀਅਮ ਜਾਣਾ ਚਾਹਣ, ਜਿੱਥੇ ਵੀ ਉਹ ਦਰਸ਼ਨ ਕਰਨਾ ਚਾਹਣ 11 ਪਾਰਕਿੰਗਾਂ ਦੇ ਵਿੱਚ ਇਹ ਬੱਸਾਂ ਦੀ ਸਰਵਿਸ ਮੁਹੱਈਆ ਕਰਾ ਦਿੱਤੀ ਗਈ ਹੈ, ਤਾਂ ਕਿ ਬਿਨਾਂ ਕਿਉਂਕਿ ਹਮੇਸ਼ਾ ਟ੍ਰੈਫਿਕ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਹੈ ਅਤੇ ਜਿਹੜੇ ਸ਼ਰਧਾਲੂ ਆਉਂਦੇ ਅਕਸਰ ਜਾਮਾਂ 'ਚ ਹੀ ਫਸੇ ਰਹਿ ਜਾਂਦੇ ਆ। ਤਾਂ ਇਸ ਵਾਰੀ ਉਹ ਉਸ ਨੂੰ ਘੱਟ ਕਰਨ ਲਈ ਅਤੇ ਕੋਸ਼ਿਸ਼ ਕਿ ਉਹ ਨਾ ਆਵੇ, ਤਾਂ ਅੱਜ ਦੁਪਹਿਰ ਤੋਂ ਸ਼ਟਲ ਬੱਸ ਸਰਵਿਸ ਸ਼ੁਰੂ ਹੋ ਜੂਗੀ। ਇਸ ਤੋਂ ਇਲਾਵਾ ਅਨੰਦਪੁਰ ਸਾਹਿਬ ਦੇ ਸੁੰਦਰੀਕਰਨ ਦੇ ਉੱਤੇ ਬਹੁਤ ਸਾਰੇ ਪ੍ਰੋਜੈਕਟ, ਜਿਹਦੇ ਵਿੱਚੋਂ ਖਾਸ ਮੈਂ ਜ਼ਿਕਰ ਕਰੂੰਗਾ ਪੰਜ ਪਿਆਰਾ ਪਾਰਕ ਦਾ, ਜੋ ਅੱਜ ਪੂਰੇ ਪੰਜਾਬ ਦੇ ਵਿੱਚ ਖਿੱਚ ਦਾ ਕੇਂਦਰ ਬਣ ਗਿਆ, ਜਿਸ ਦੇ ਨਵੀਨੀਕਰਨ ਨੂੰ ਲੋਕ ਦੂਰੋਂ ਨੇੜਿਓਂ ਦੇਖਣ ਆ ਰਹੇ ਆ। ਉਸ ਦੇ ਨਾਲ ਹੀ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਬਹੁਤ ਸਾਰੇ ਪ੍ਰੋਜੈਕਟ, ਭਾਈ ਜੈਤਾ ਜੀ ਪਾਰਕ ਜੂਨ ਜੁਲਾਈ ਤੱਕ ਤਿਆਰ ਹੋ ਜਾਊਗਾ। ਵਿਰਾਸਤ-ਏ ਖਾਲਸਾ ਦੇ ਪਿੱਛੇ ਜੋ ਇੱਕ ਜੰਗਲ ਸੀ ਸਾਡੇ ਕੋਲ, ਅਸੀਂ ਉੱਥੇ ਬਹੁਤ ਸ਼ਾਨਦਾਰ ਇੱਕ ਨੇਚਰ ਟ੍ਰੇਲ, ਇੱਕ ਕੁਦਰਤੀ ਪਾਰਕ ਤਿਆਰ ਕੀਤਾ ਹੈ, ਉਹ ਵੀ ਅਗਲੇ 2 ਮਹੀਨੇ ਦੇ ਵਿੱਚ ਲੋਕ ਅਰਪਣ ਹੋ ਜਾਊਗਾ। ਬੱਸ ਸਟੈਂਡ ਦੇ ਬਿਲਕੁਲ ਨਾਲ ਟੂਰਿਸਟ ਫੈਸਿਲੀਟੇਸ਼ਨ ਸੈਂਟਰ, ਜਿੱਥੇ ਪਾਰਕਿੰਗ ਹੋਊਗੀ 200 ਗੱਡੀਆਂ ਦੀ, ਜਿੱਥੇ ਲੋਕ ਆ ਕੇ ਜਿੰਨੇ ਵੀ ਸ਼ਰਧਾਲੂ ਆਉਂਦੇ ਸਿੱਧਾ ਉੱਥੇ ਆਪਣੀ ਪਾਰਕਿੰਗ ਆਉਣ ਤੋਂ ਬਾਅਦ ਉਹਨਾਂ ਨੂੰ ਉੱਥੇ ਹੀ ਵਧੀਆ ਇੱਕ ਸ਼ਾਪਿੰਗ ਸੈਂਟਰ ਅਤੇ ਉਸ ਤੋਂ ਬਾਅਦ ਉਹ ਗੁਰਧਾਮਾਂ ਦੇ ਦਰਸ਼ਨ ਕਰ ਸਕਣ। ਉਹ ਵੀ ਇਸ ਸਾਲ ਦੇ ਅੰਤ ਤੱਕ ਤਿਆਰ ਹੋ ਜਾਊਗਾ। G20 ਸੰਮੇਲਨ ਅੰਮ੍ਰਿਤਸਰ ਵਿੱਚ ਤੈਅ ਸ਼ਡਿਊਲ ਮੁਤਾਬਕ ਹੀ ਹੋਵੇਗਾ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਮੀਡੀਆ ਇਸ ਬਾਰੇ ਉੱਠ ਰਹੀਆਂ ਅਫਵਾਹਾਂ ਉੱਤੇ ਧਿਆਨ ਨਾ ਦੇਵੇ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਹੈ ਕਿ ਇਸ ਦੇ ਸ਼ਡਿਊਲ ਵਿੱਚ ਕੋਈ ਤਬਦੀਲੀ ਨਹੀਂ ਹੋਈ ਹੈ। ਦੱਸ ਦਈਏ ਕਿ ਸੋਸ਼ਲ ਮੀਡੀਆ ਉੱਤੇ ਅਫਵਾਹ ਬੜੀ ਤੇਜ਼ੀ ਨਾਲ ਫੈਲ ਰਹੀ ਸੀ ਕਿ ਅੰਮ੍ਰਿਤਸਰ ਵਿੱਚ ਹੋਣ ਵਾਲਾ G20 ਸੰਮੇਲਨ ਕੇਂਦਰ ਸਰਕਾਰ ਨੇ ਰੱਦ ਕਰ ਦਿੱਤਾ ਹੈ। ਵਿਰੋਧੀ ਧਿਰ ਦੇ ਕਈ ਆਗੂਆਂ ਨੇ ਵੀ ਇਸ ਸੰਬੰਧੀ ਟਵੀਟ ਕਰਕੇ ਆਪੋ ਆਪਣੇ ਖਦਸ਼ੇ ਜ਼ਾਹਰ ਕੀਤੇ ਸਨ, ਪਰ ਕੰਗ ਨੇ ਕਿਹਾ ਕਿ ਇਹ ਸਿਰਫ ਇੱਕ ਅਫਵਾਹ ਹੈ। G20 सम्मेलन अमृतसर में तय शेड्यूल मुताबिक ही होगा। कृपया मैं आपको थोड़ा सब्र रखने को कह रहा हूँ, आप सूत्रों पे इतना यकीन मत कीजिए। कोई हमारे पास ऑफिशियल ऐसी इन्फॉर्मेशन नहीं है कि G20 कैंसिल किया गया है। आपने पता नहीं कहाँ से ये खबर ली है। श्री अमृतसर साहब च होण जा रहा G20 सम्मेलन डिसाइडेड शेड्यूल के हिसाब नाल, निर्धारित शेड्यूल के हिसाब नाल होण जा रहा। ਉਹਦੇ ਰੱਦ ਹੋਣ ਦੀ ਜਿਹੜੀ ਆ ਉਹ ਕੋਰੀ ਅਫਵਾਹ ਆ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਗੁਰਜੀਤ ਔਜਲਾ ਔਰ ਬੀਜੇਪੀ ਦੇ ਕੁਝ ਲੀਡਰਾਂ ਵੱਲੋਂ ਜਿਸ ਤਰੀਕੇ ਨਾਲ ਪੰਜਾਬ ਔਰ ਪੰਜਾਬੀਆਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਗਈ ਆ, ਉਹ ਇੱਕ ਵਾਰ ਫਿਰ ਇਹ ਲੋਕ ਐਕਸਪੋਜ਼ ਹੋਏ ਆ। ਇਹ ਲੋਕ ਆਮ ਆਦਮੀ ਪਾਰਟੀ ਦਾ ਵਿਰੋਧ ਕਰਦੇ ਕਰਦੇ ਇੰਨੇ ਅੰਨੇ ਹੋ ਗਏ ਆ ਕਿ ਹੁਣ ਇਹ ਪੰਜਾਬ ਨੂੰ ਜਿਹੜਾ ਹੈ ਦੁਨੀਆ ਦੇ ਸਤਰ ਤੇ ਬਦਨਾਮ ਕਰਨ ਦੀਆਂ ਸਾਜ਼ਿਸ਼ਾਂ ਰਚਣ ਲੱਗ ਗਿਆ। ਸੋ ਮੈਂਬਰ ਪਾਰਲੀਮੈਂਟ ਜਿਹੜੇ ਗੁਰਜੀਤ ਔਜਲਾ, ਉਹਨਾਂ ਨੂੰ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ। ਜਿਨ੍ਹਾਂ ਲੋਕਾਂ ਨੇ ਜਿਹੜੀ ਅਫਵਾਹ, ਕੋਰੀ ਅਫਵਾਹ ਫੈਲਾਈ ਹੈ G20 ਸੰਮੇਲਨ ਦੇ ਕੈਂਸਲ ਹੋਣ ਦੀ, ਉਹਨਾਂ ਨੂੰ ਪੰਜਾਬ ਔਰ ਪੰਜਾਬੀਆਂ ਤੋਂ ਮਾਫੀ ਮੰਗਣੀ ਚਾਹੀਦੀ ਹੈ। ਔਰ ਮੈਂ ਫੇਰ ਕਲੀਅਰ ਕਰਦਾ, G20 ਸੰਮੇਲਨ ਨਿਰਧਾਰਿਤ ਸ਼ਡਿਊਲ ਦੇ ਆਧਾਰ ਤੇ ਹੀ ਪੰਜਾਬ 'ਚ ਸ੍ਰੀ ਅੰਮ੍ਰਿਤਸਰ ਸਾਹਿਬ 'ਚ ਹੋਣ ਜਾ ਰਿਹਾ ਹੈ। ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਪਾਰਕ ਐਕਸਟੈਂਸ਼ਨ ਵਿੱਚ ਭਾਈ ਕਨ੍ਹਈਆ ਜੀ ਚੈਰੀਟੇਬਲ ਮੈਡੀਕਲ ਸੈਂਟਰ ਦਾ ਉਦਘਾਟਨ ਕਾਰ ਸੇਵਾ ਵਾਲੇ ਬਾਬਾ ਬਚਨ ਸਿੰਘ ਜੀ ਨੇ ਆਪਣੇ ਘਰ ਕਮਲਾ ਨਾਲ ਕੀਤਾ। ਇਸ ਮੌਕੇ ਗੁਰਬਾਣੀ ਦਾ ਰਸਪੇਨਾ ਕੀਰਤਨ ਭਾਈ ਮਨੋਹਰ ਸਿੰਘ ਜੀ ਹਜ਼ੂਰੀ ਰਾਗੀ ਗੁਰਦੁਆਰਾ ਸੀਸਗੰਜ ਸਾਹਿਬ ਨੇ ਕੀਤਾ। ਇਸ ਮੌਕੇ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਅਤੇ ਗਿਆਨੀ ਜੋਗਿੰਦਰ ਸਿੰਘ ਜੀ ਨੇ ਗੁਰੂ ਸਾਹਿਬ ਦੇ ਉਪਦੇਸ਼ ਤੇ ਸੰਦੇਸ਼ ਤੋਂ ਸੰਗਤ ਨੂੰ ਜਾਣੂ ਕਰਵਾਇਆ। ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸੰਬੋਧਨ ਕਰਦਿਆਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਜਗਦੀਪ ਸਿੰਘ ਕਾਲੂ ਨੇ ਕਿਹਾ ਕਿ ਮੈਡੀਕਲ ਸੈਂਟਰ 1.5 ਤੋਂ 2 ਸਾਲ ਪਹਿਲਾਂ ਹੀ ਖੁੱਲ੍ਹ ਜਾਣਾ ਸੀ, ਪਰ ਕੋਰੋਨਾ ਕਾਲ ਕਾਰਨ ਇਹ ਪ੍ਰੋਗਰਾਮ ਪਛੜ ਗਿਆ ਅਤੇ ਅੱਜ ਮੈਡੀਕਲ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਹਨਾਂ ਕਿਹਾ ਕਿ ਸੈਂਟਰ ਵਿੱਚ ਵਧੀਆ ਡਾਕਟਰ ਲੋਕਾਂ ਦਾ ਇਲਾਜ ਕਰਨਗੇ ਤੇ ਹਰ ਤਰ੍ਹਾਂ ਦੇ ਟੈਸਟ ਕਰਨ ਦਾ ਇੱਥੇ ਢੁਕਵਾਂ ਪ੍ਰਬੰਧ ਕੀਤਾ ਗਿਆ। ਉਹਨਾਂ ਕਿਹਾ ਕਿ ਇਸ ਦੇ ਨਾਲ MRI ਅਤੇ CT ਸਕੈਨ ਵਰਗੇ ਟੈਸਟ ਗੁਰਦੁਆਰਾ ਬੰਗਲਾ ਸਾਹਿਬ ਵਿੱਚ ਪਹਿਲਾਂ ਹੀ 50 ਰੁਪਏ ਵਿੱਚ ਉਪਲਬਧ ਨੇ, ਜੋ ਉੱਥੇ ਕਰਵਾਏ ਜਾ ਸਕਣਗੇ। ਅੱਜ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਕ੍ਰਿਸ਼ਨਾ ਪਾਰਕ ਵਿਖੇ ਭਾਈ ਕਨ੍ਹਈਆ ਜੀ ਮੈਡੀਕਲ ਸੈਂਟਰ ਚੈਰੀਟੇਬਲ ਦਾ ਉਦਘਾਟਨ ਕੀਤਾ ਗਿਆ ਹੈ, ਸੰਗਤਾਂ ਦੇ ਸਪੁਰਦ ਕੀਤਾ ਹੈ। ਸਤਿਕਾਰਯੋਗ ਕਾਰ ਸੇਵਾ ਵਾਲੇ ਬਾਬਾ ਜੀ, ਬਾਬਾ ਬਚਨ ਸਿੰਘ ਜੀ, ਬਾਬਾ ਸੁਰਿੰਦਰ ਸਿੰਘ ਜੀ, ਬਾਬਾ ਸਤਨਾਮ ਸਿੰਘ ਜੀ, ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ, ਗਿਆਨੀ ਜੋਗਿੰਦਰ ਸਿੰਘ ਜੀ, ਸਾਰੀਆਂ ਸ਼ਖਸੀਅਤਾਂ ਨੇ ਔਰ ਇਲਾਕੇ ਦੀ ਵੱਡੀ ਗਿਣਤੀ ਦੇ ਵਿੱਚ ਸੰਗਤ ਇੱਥੇ ਪਹੁੰਚੀ। ਗੁਰੂ ਮਹਾਰਾਜ ਦੇ ਚਰਨਾਂ 'ਚ ਇਲਾਹੀ ਬਾਣੀ ਦਾ ਕੀਰਤਨ ਹੋਇਆ, ਅਰਦਾਸ ਉਪਰੰਤ ਹੁਕਮਨਾਮਾ, ਉਸ ਤੋਂ ਬਾਅਦ ਇਸ ਸੈਂਟਰ ਦਾ ਉਦਘਾਟਨ ਹੋਇਆ ਔਰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ। ਸੰਗਤਾਂ ਦੇ ਸਹਿਯੋਗ ਦੇ ਨਾਲ ਇੱਥੇ ਸਾਰੀਆਂ ਹੀ ਮਾਡਰਨ ਫੈਸਿਲਿਟੀਜ਼ ਦੇ ਨਾਲ ਇਹ ਮੈਡੀਕਲ ਸੈਂਟਰ ਤਿਆਰ ਕੀਤਾ ਗਿਆ, ਜਿਹਦੇ ਵਿੱਚ ਡੈਂਟਲ ਦੀਆਂ ਮਾਡਰਨ ਮਸ਼ੀਨਾਂ ਲਗਾਈਆਂ ਗਈਆਂ, ਇਕਵਿਪਮੈਂਟ ਲਗਾਈਆਂ ਗਈਆਂ, ਫਿਜ਼ੀਓਥੈਰੇਪੀ ਦੀ ਜੋ ਵੀ ਮਾਡਰਨ ਲੇਟੈਸਟ ਇਕਵਿਪਮੈਂਟਸ ਹੈ ਉਹ ਇੱਥੇ ਲੱਗੀਆਂ।
ਇਸ ਤੋਂ ਇਲਾਵਾ ਲੈਬ ਦਾ ਸਾਰਾ ਹੀ ਪ੍ਰਬੰਧ ਹੈ। ਸਾਰੇ ਟੈਸਟ ਪੈਥੋਲੋਜੀਕਲ ਲੈਬ ਤੋਂ ਲੈ ਕੇ ਰੇਡੀਓਲੋਜੀ, ਸੀਟੀ ਸਕੈਨ, MRI ਜਿਹੜੀ ਅਸੀਂ ਬੰਗਲਾ ਸਾਹਿਬ ਤੋਂ ਕਰਵਾਵਾਂਗੇ ਔਰ ਬਾਕੀ ਸਾਰੇ ਟੈਸਟ ਇੱਥੇ ਹੋਣਗੇ। ਇਸ ਤੋਂ ਇਲਾਵਾ ਇੱਥੇ ਅਸੀਂ ENT, ਆਈ ਸਪੈਸ਼ਲਿਸਟ, ਨਿਊਰੋ, ਔਰਥੋ, ਹੋਮਿਓਪੈਥਿਕ, ਆਯੁਰਵੈਦਿਕ, ਇਹ ਸਾਰੇ ਹੀ ਇੱਥੇ ਪ੍ਰਬੰਧ ਇਸ ਮੈਡੀਕਲ ਸੈਂਟਰ ਦੇ ਵਿੱਚ ਕੀਤਾ ਗਿਆ ਹੈ ਔਰ ਇੱਥੇ ਸੰਗਤਾਂ ਨੂੰ, ਇਸ ਇਲਾਕੇ ਦੀ ਸੰਗਤ ਨੂੰ ਇਸ ਦਾ ਜਿਹੜਾ ਉਹ ਲਾਹਾ ਮਿਲੇਗਾ। ਔਰ ਜਿੱਥੇ ਵੀ ਮੈਡੀਕਲ ਸੈਂਟਰ ਜਿਹੜਾ ਖੋਲ੍ਹਿਆ ਗਿਆ ਇਹਦੇ 'ਚ ਚੈਰੀਟੇਬਲ ਹੈ। ਇਸ ਦੀ ਜੋ ਫੀਸ ਹੈ ਉਹ ਨੋਮੀਨਲ 70 ਰੁਪਏ ਫੀਸ ਹੈ, ਜਿਹੜੀ ਕਿ ਇੱਕ ਰਸੀਟ ਹੈ। ਉਸ ਤੋਂ ਇਲਾਵਾ ਬਾਕੀ ਜਿਹੜਾ ਇਲਾਜ ਹੈ ਉਹ 70 ਰੁਪਏ ਦੇ ਉੱਤੇ ਹੀ ਜਿਹੜਾ ਕੀਤਾ ਜਾਏਗਾ। ਅੰਮ੍ਰਿਤਸਰ ਦੇ ਹਲਕਾ ਅਜਨਾਲਾ ਦੇ ਜੰਮਪਲ NRI ਨੌਜਵਾਨ ਸਨਮ ਕਾਲੂ ਵੱਲੋਂ ਸਰਹੱਦੀ ਖੇਤਰ ਅਜਨਾਲਾ ਦੇ ਲੋਕਾਂ ਲਈ ਵਰਲਡ ਕੈਂਸਰ ਕੇਅਰ ਸੰਸਥਾ ਦੀ ਮਦਦ ਨਾਲ ਸਰਹੱਦੀ ਤਹਿਸੀਲ ਅਜਨਾਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੜਕੇ ਵਿਖੇ ਫ੍ਰੀ ਕੈਂਸਰ ਚੈੱਕਅਪ ਕੈਂਪ ਲਗਾਇਆ ਗਿਆ, ਜਿਸ ਦਾ ਉਦਘਾਟਨ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਵਰਲਡ ਕੈਂਸਰ ਕੇਅਰ ਦੇ ਸੰਸਥਾਪਕ ਕੁਲਵੰਤ ਸਿੰਘ ਧਾਲੀਵਾਲ ਅਤੇ NRI ਸਨਮ ਕਾਲੂ ਵੱਲੋਂ ਰਿਬਨ ਕੱਟ ਕੇ ਕੀਤਾ ਗਿਆ। ਇਸ ਮੌਕੇ ਮਾਹਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਮੁਫਤ ਚੈੱਕਅਪ ਕਰਕੇ ਮਰੀਜ਼ਾਂ ਦੇ ਮੁਫਤ ਟੈਸਟ ਕੀਤੇ ਗਏ ਅਤੇ ਉਹਨਾਂ ਨੂੰ ਦਵਾਈ ਦਿੱਤੀ ਗਈ। ਇਸ ਮੌਕੇ ਡਾਕਟਰਾਂ ਵੱਲੋਂ ਮਰੀਜ਼ਾਂ ਦੀ ਜਾਂਚ ਕਰਕੇ ਸਹੀ ਸਲਾਹ ਵੀ ਦਿੱਤੀ ਗਈ। ਕੁਲਦੀਪ ਧਾਲੀਵਾਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ ਹੈ। 8 ਕੈਂਪ ਜਿਹੜੇ ਅਸੀਂ ਅਜਨਾਲੇ 'ਚ ਲਾਉਣੇ ਆ ਔਰ ਅਸੀਂ ਅਜਨਾਲੇ ਨੂੰ ਕੈਂਸਰ ਮੁਕਤ ਜਿਹੜਾ ਉਹ ਕਰਨਾ ਚਾਹੁੰਦੇ ਹਾਂ। ਟੋਟਲ ਅਜਨਾਲੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ, ਕੱਲ ਵੀ ਸ਼ਿਵ ਮੰਦਿਰ ਦੇ ਵਿੱਚ ਜਿਹੜਾ ਉਹ ਲੱਗੂਗਾ ਇੱਦਾਂ ਦਾ ਕੈਂਪ ਜਿਹੜਾ ਉੱਥੇ ਆਪਾਂ ਲਾਵਾਂਗੇ। ਸਾਰੇ ਭੈਣ ਭਰਾ ਬਿਨਾਂ ਕਿਸੇ ਕਹਿਣ ਤੋਂ ਆਪਣੀ ਸਿਹਤ ਦਾ ਖਿਆਲ ਰੱਖਦੇ ਹੋਏ ਇਸ ਕੈਂਪ ਦਾ ਫਾਇਦਾ ਉਠਾਉਣ। ਫ੍ਰੀ ਕੈਂਪ ਹੈ। ਉੱਦਾਂ ਤੁਸੀਂ ਕਿਤੇ ਕੈਂਸਰ ਦੇ ਟੈਸਟ ਕਰਾਉਂਦੇ ਹੋ ਤੇ ਆਮ ਬੰਦੇ ਲਈ, ਵਿਚਾਰੇ ਲਈ ਬਹੁਤ ਔਖਾ ਹੋ ਜਾਂਦਾ ਤੇ ਜਦੋਂ ਇਦਾਂ ਦੀਆਂ ਸੰਸਥਾਵਾਂ ਵਰਲਡ ਵਾਈਡ ਜਿਹੜਾ ਕੰਮ ਕਰ ਰਹੀਆਂ ਉਹ ਸਾਡੇ ਕੋਲ ਆਉਂਦੀਆਂ ਤੇ ਸਾਨੂੰ ਇਹਦਾ ਫਾਇਦਾ ਜਿਹੜਾ ਉਠਾਉਣਾ ਚਾਹੀਦਾ। ਮੈਂ ਪਹਿਲਾਂ ਤਾਂ ਇਹਨਾਂ ਦਾ ਧੰਨਵਾਦ ਕਰਦਾ ਔਰ ਨਾਲ ਮੈਂ ਇਹਨਾਂ ਨੂੰ ਇਸ ਗੱਲ ਦਾ ਵੀ ਪਰਨ ਕਰਦਾ ਕਿ ਜੋ ਵੀ ਸਾਡੇ ਪੱਖ ਤੋਂ, ਸਰਕਾਰੀ ਪੱਖ ਤੋਂ, ਜਾਤੀ ਪੱਖ ਤੋਂ ਜੋ ਵੀ ਅਸੀਂ ਇਹਨਾਂ ਦੀ ਮਦਦ ਕਰ ਸਕਦੇ ਹੋਈਏ ਇਹ ਸਾਨੂੰ ਦੱਸਣ। ਅਸੀਂ ਪੂਰੇ ਪੰਜਾਬ ਦੇ ਵਿੱਚ ਇਕੱਲੇ ਅਜਨਾਲੇ 'ਚ ਨਹੀਂ, ਪੰਜਾਬ 'ਚ ਇਹਨਾਂ ਨੂੰ ਕਿਤੇ ਵੀ ਲੋੜ ਪੈਂਦੀ ਹੈ ਕਿਉਂਕਿ ਪੰਜਾਬ ਦੇ ਅੰਦਰ ਬਹੁਤ ਜ਼ਿਆਦਾ ਲੋੜ ਹੈ। ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ਤੇ ਔਰਤਾਂ ਅਤੇ ਕੁੜੀਆਂ ਦੇ ਹੱਕਾਂ ਨੂੰ ਤਰਜੀਹ ਦਿਵਾਉਣ ਲਈ ਹਾਈ ਕਮਿਸ਼ਨ ਆਫ ਕੈਨੇਡਾ ਵੱਲੋਂ ਵਿਮਨ ਰਨ ਦਾ ਆਯੋਜਨ ਕੀਤਾ ਗਿਆ। ਉਹ ਅਗਵਾਈ ਕਰਦੀ ਹੈ ਤੇ ਇੱਥੇ ਹੁਣ ਉਹ ਅਗਵਾਈ ਕਰਦੀ ਹੈ ਦੇ ਥੀਮ ਉਤੇ ਆਧਾਰਿਤ ਦੌੜ ਅੱਜ ਗੁਰੂਗ੍ਰਾਮ ਦੇ AIPL ਬਿਜ਼ਨਸ ਕਲੱਬ ਸੈਕਟਰ 62 ਵਿਖੇ ਕਰਵਾਈ ਗਈ, ਜਿਸ ਵਿੱਚ ਵੱਡੀ ਗਿਣਤੀ ਮਹਿਲਾਵਾਂ ਨੇ ਸ਼ਿਰਕਤ ਕੀਤੀ। ਇਸ ਦਾ ਉਦਘਾਟਨ ਭਾਰਤ ਵਿੱਚ ਕੈਨੇਡਾ ਦੇ ਹਾਈ ਕਮਿਸ਼ਨਰ ਸ੍ਰੀ ਕੈਮਰਨ ਮਕੇ ਨੇ ਕੀਤਾ। ਇਸ ਮੌਕੇ ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਦਾ ਸਨਮਾਨ ਕੀਤਾ ਗਿਆ ਤੇ ਉਹਨਾਂ ਦੀਆਂ ਪ੍ਰਾਪਤੀਆਂ ਦੀਆਂ ਪ੍ਰੇਰਣਾਦਾਇਕ ਕਹਾਣੀਆਂ ਲੋਕਾਂ ਸਾਹਮਣੇ ਰੱਖੀਆਂ ਗਈਆਂ। Hi, I'm Cameron McKay. I'm the High Commissioner for Canada here in India. Delighted to participate in this run for Women's Day. Canada's been sponsoring this event for many years now. We're strong believers in gender equality and women's empowerment and the responsibility of men and boys to support the women in their lives. So couldn't be happier to be here. Hi, this is Minnie Verghese, Country Director from Nutrition International. I'm very happy to be here in this occasion. She runs this campaign where along with the Canadian High Commission we are participating here. Canadian High Commission and Nutrition International has a very long standing relationship. We are a Canadian based agency working under public health nutrition to making sure that women and children has adequate nutrition. Currently we are working in 9 states of India to supporting state governments to making sure that the essential nutrition for women, girls and children are reaching. For instance, the anemia is a major issue in the country and we are making sure that schools where children are attending has adequate nutrition and iron folic acid supplementation in these places. So we are happy to be here today and we wish all the very best. Thank you. मेरा नाम कोच रविंदर है एंड आई एम द ऑर्गेनाइजर फॉर दिस रन AIPL वुमेन 10K रन इन एसोसिएशन विद हाई कमीशन ऑफ कनाडा इन इंडिया। और ये वुमेन रन हम हर साल मनाते हैं इंटरनेशनल वुमेन डे के
के अवसर पर, जिसके थ्रू हम कोई ना कोई कैंपेन हर साल करते हैं। इस साल वी आर डूइंग कैंपेन फॉर उसका नाम है शी लीड्स हियर, शी लीड्स नाउ, एंड वी सपोर्ट ऑल स्टेट ऑफ लाइफ, लाइक पीपल फ्रॉम ऑल स्टेट ऑफ लाइफ। रनिंग इज़ वेरी इंक्लूसिव, सब आते हैं इकट्ठे मिलकर भागते हैं, मस्ती करते हैं और मेहनत भी करते हैं। तो दिस इज वन ऑफ द बेस्ट फिटनेस एक्टिविटी टू डू। क्या मकसद होता है ऐसी? देखो, जैसे मैंने बताया कि रनिंग इवेंट से पहले से दिखता है कि फिटनेस है, फिटनेस के साथ साथ हमारे जितने भी कैंपेन्स होते हैं, कॉज होते हैं, जिसके लिए हम जैसे कोई आया हुआ ब्रेस्ट कैंसर अवेयरनेस के लिए आए हुए हैं, हम एक शी लीड्स कर रहे हैं, बच्चों के एजुकेशन के लिए हैं। तो इस तरह के जो कैंपेन्स होते हैं वो भी हम लोगों को बताते हैं कि ये सब भी इसके थ्रू हम ब्रॉडकास्ट कर सकते हैं, इसके बारे में बता सकते हैं। ਥਾਣਾ ਸਿਟੀ ਬੁਢਲਾਡਾ ਪੁਲਿਸ ਵੱਲੋਂ ਥਾਣੇ ਦੇ ਨਜ਼ਦੀਕ ਨਾਕੇਬੰਦੀ ਕਰਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਦੇ ਚਲਾਨ ਕੱਟੇ ਗਏ। ਜਾਣਕਾਰੀ ਦਿੰਦਿਆਂ ਸਬ ਇੰਸਪੈਕਟਰ ਭੁਪਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਵੱਲੋਂ 100 ਦੇ ਕਰੀਬ ਵਾਹਨਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਅਤੇ ਬਿਨਾਂ ਨੰਬਰ ਪਲੇਟ ਜਾਂ ਕਾਗਜ਼ਾਂ ਵਾਲੇ 2 ਵਾਹਨਾਂ ਦੇ ਚਲਾਨ ਕੱਟੇ ਗਏ ਨੇ ਅਤੇ 2 ਵਾਹਨ ਜ਼ਬਤ ਕੀਤੇ ਗਏ ਨੇ। ਉਹਨਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਆਪਣੇ ਵਾਹਨਾਂ ਦੇ ਦਸਤਾਵੇਜ਼ ਆਪਣੇ ਕੋਲ ਰੱਖਣ ਅਤੇ ਸਹੀ ਨੰਬਰ ਪਲੇਟਾਂ ਲਗਾ ਕੇ ਰੱਖਣ। ਪਾਕਿਸਤਾਨ ਘਾਟੀ ਵਿੱਚ ਅੱਤਵਾਦ ਨੂੰ ਮੁੜ ਸੁਰਜੀਤ ਕਰਨ ਲਈ ਜੰਮੂ ਕਸ਼ਮੀਰ ਵਿੱਚ ਹੋਰ ਅੱਤਵਾਦੀ ਨਸ਼ੀਲੇ ਪਦਾਰਥ ਅਤੇ ਹਥਿਆਰਾਂ ਨੂੰ ਢੱਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਹਿਣਾ ਜੰਮੂ ਕਸ਼ਮੀਰ ਦੇ ਡੀਜੀਪੀ ਦਿਲਬਾਗ ਸਿੰਘ ਦਾ। ਉਹਨਾਂ ਨੇ ਕਿਹਾ ਕਿ ਇੱਥੇ ਅੱਤਵਾਦ ਦਾ ਗ੍ਰਾਫ ਡਿੱਗ ਰਿਹਾ ਅਤੇ ਸੁਰੱਖਿਆ ਏਜੰਸੀਆਂ ਅੱਤਵਾਦ ਨੂੰ ਖਤਮ ਕਰਨ ਲਈ ਵਚਨਬੱਧ ਨੇ। ਸ਼ੁੱਕਰਵਾਰ ਨੂੰ ਪੁੰਛ ਵਿੱਚ ਨਸ਼ੀਲੇ ਪਦਾਰਥਾਂ ਤੇ ਪੈਸੇ ਦੀ ਬਰਾਮਦਗੀ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਪੁਲਿਸ ਅਤੇ ਹੋਰ ਸੁਰੱਖਿਆ ਏਜੰਸੀਆਂ ਨਸ਼ੇ ਅਤੇ ਅੱਤਵਾਦ ਦੇ ਖਿਲਾਫ ਲੜਾਈ ਵਿੱਚ ਵੱਡੀ ਸਫਲਤਾ ਪ੍ਰਾप्त ਕਰ ਰਹੀਆਂ ਨੇ। देखिए, वहाँ से जो सामान पाकिस्तान से तस्करी के जरिए से आता है, अभी एक नया सिलसिला जिसमें नारकोटिक्स अकेले नहीं, नारको और वेपन का ट्रेड एक साथ होता है। वेपन दहशतगर्दों के हाथ में जाते हैं, नारकोटिक्स की जो खपत और उसकी सेल के बाद जो पैसा आता है, उस पैसे को फिर से उनके अकाउंट के पास कुछ तादाद में भेज दिया जाता है और बाकी पैसा जो तस्कर हैं उनके बीच में बांट लिया जाता है। जो पैसा वापस लौटता है उसको फिर से दहशतगर्दी को जिंदा रखने के लिए, चलाने के लिए इस्तेमाल किया जाता है। हम लोग इस तरह के दर्जनों केस अभी तक पकड़ चुके हैं, बड़े कामयाब तरीके से उनकी तफ्तीश भी हुई है। इंटरस्टेट कनेक्शंस भी खासतौर पर पंजाब की तरफ जो उसके साथ निकलते हैं, मर्ज होते हैं, पंजाब तक जाके हमारी जम्मू कश्मीर पुलिस की टीम्स ने रेड करी। अभी भी हम लोग नारकोटिक्स कंट्रोल ब्यूरो को भी इसके साथ जोड़ रहे हैं। पहले वाले केसेस में भी हम लोग मिल के तफ्तीश कर रहे हैं। इस केस में भी जितने लोग इन्वॉल्व होंगे, जितना भी बड़ा कार्टेल और जितने भी बड़े इसके अंदर एक तरह का मान लीजिए मॉड्यूल्स काम करते हैं, उन सबको निकाला जाएगा और उनके खिलाफ सख्त कार्रवाई की जाएगी। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ 'ਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।